बढ़ाई है। त्याग मान हठीला, हम कर नाम खजाना सदा है। भगत भरे भंडारा, भाग अठड़े हर संत तुम्हारे। जिन घर धन हर नामा, प्रवान गणी सेइए आए। सफल तिना के काम। बाबा जी किरपा करते सी भई महापुरुष दुनिया ते आउंदे आ, उन्हां नूं कौन भेजदा? उन्हां नूं गुरु नानक आप भेजदे। भई महापुरुषो, मेरे सेवादारो, जाके दुनिया ते यहे जी कारी बताओ, यहे जी कारी बताओ जिहदे नाल तपदे हिरदे ठंडे हो जाण। संगतां दा जिहड़ा मन है वो गुरु वाले पासे लग जावे। संतो यह बतावो कारी, जित होमा गर्भ नवा। भी जिहड़ी जीव नूं होमा लगी है, ये किवें नवारी जावे? जदों बंदा महापुरुषां दी संगत करदा है, महापुरुषां कोले जांदा है, उन्हां दे वचन सुनदा है, उन्हां दा हुक्म मनदा है, फिर उहदा जिहड़ा मन है वो तब्दील हो जांदा, वो रब वाले पासे लग जांदा। महापुरुष ऐसी जुगती नाल ਉਹਨੂੰ ਪਹਿਲਾਂ ਪ੍ਰੇਮ ਪਾਉਂਦੇ ਆ, ਫਿਰ ਉਹਨੂੰ ਗੁਰੂ ਵਾਲੇ ਪਾਸੇ ਦੱਸਦੇ ਆ, ਭਾਈ ਤੂੰ ਆਹ ਰਾਹ ਫੜਨਾ ਹੈ, ਐਂ ਨਿਤਨੇਮ ਕਰਨਾ ਹੈ, ਐਂ ਬਾਣੀ ਪੜ੍ਹਨੀ ਹੈ, ਐਂ ਰੱਬ ਵਾਲੇ ਪਾਸੇ ਲੱਗ। ਸੰਤੋ ਇਹ ਬਤਾਵੋ कारी, ਜਿਤ ਹੋਮਾ गर्भ नमारी। मिल संत सभा, मन मांझिया भाई। हर के नाए निवास। संतां दी सभा किहनूं कहा है? जिथे कथा कीर्तन हुंदा होवे, गुरु ग्रंथ साहब दा प्रकाश होवे, एक बाणी दे नाल संगतां नूं जोड़िया जावे, वो संतां दी सभा हुंदी है। मिल संत सभा, मन मांझिया भाई। हर के नाए नमास। असीं अपने मन नूं मांझना है, इनू शुद्ध करना। जिन्ना चिर शुद्ध नहीं हुंदा, उन्ना चिर ये टिकदा नहीं। बड़े पासी गेड़े खांदा है, बैठा किते हुंदा है, फिरदा किते हुंदा है। इहदा इस तरह का प्रोग्राम हुंदा है। किवें टिकेगा? जे असीं महापुरुषां दे विचार सुणांगे, इहनूं हिरदे नूं शुद्ध करना पवेगा। सच तां पुर जाणिया, जां रिदा सच्चा होए। हुण रिदा तां सच्चा नहीं, सच नूं किवें जाणेगा? चंगे पुरुषां दी उहनूं कदर दा की पता लगेगा? बाणी नाल किवें जुड़ेगा? एक बर्तन हुंदा है,
ਉਹਨੂੰ ਮੈਲ ਲੱਗੀ ਹੈ। ਜੇ ਆਪਾਂ ਉਹਨੂੰ ਚੰਗੀ ਤਰ੍ਹਾਂ ਮਾਂਜਾਂਗੇ, ਉਹਨੂੰ ਸਾਫ਼ ਕਰਾਂਗੇ, ਇੰਨਾ ਸਾਫ਼ ਕਰਾਂਗੇ ਉਹਦੇ ਵਿੱਚ ਦੀ ਮੂੰਹ ਵੀ ਦਿਸਣ ਲੱਗ ਜਾਂਦਾ ਹੈ। ਅਸੀਂ ਫੇਰ ਉਹਦੇ ਵਿੱਚ ਕੋਈ ਵਸਤੂ ਪਾਵਾਂਗੇ, ਉਹ ਵਸਤੂ ਖਰਾਬ ਨਹੀਂ ਹੋਵੇਗੀ। ਤੇ ਜੇ ਅਸੀਂ ਆਪਣਾ ਉਵੇਂ ਪਾ ਦਈਏ ਫਿਰ ਉਹ ਵਸਤੂ ਖਰਾਬ ਹੋ ਜਾਂਦੀ ਹੈ। ਇਸ ਲਈ ਹਿਰਦਾ ਸ਼ੁੱਧ ਕਰਨਾ ਸਾਡੇ ਲਈ ਜ਼ਰੂਰੀ ਹੈ। ਮਿਲ ਸੰਤ ਸਭਾ ਮਨ ਮਾਂਜੀਐ ਭਾਈ, ਹਰ ਕੇ ਨਾਏ ਨਵਾਸ। ਆ ਵਰਤਣ ਹੈ, ਇਹਨਾਂ ਨੂੰ ਮਿੱਟੀ ਨਾਲ ਤਾਂ ਮਾਂਜ ਲੈਂਦੇ ਆ, ਤੇ ਹੁਣ ਤਾਂ ਕੈਮੀਕਲ ਵੀ ਬੜੇ ਆ ਗਏ, ਕੈਮੀਕਲਾਂ ਨਾਲ ਸਾਫ਼ ਕਰ ਲੈਂਦੇ ਆ। ਬੜੇ ਤਰ੍ਹਾਂ ਦੇ ਸਰਫ ਆ ਗਏ, ਸਾਬਣ ਆ ਗਏ, ਤੇ ਐਨ ਕਿਰਾਂ ਚਲਕਾ ਦਿੰਦੇ ਆ ਸੀਸੇ ਵਾਂਗੂ। ਜਿਹੜਾ ਮਨ ਹੈ ਇਹ ਸ਼ੁੱਧ ਕਿਵੇਂ ਹੋਵੇਗਾ? ਇਹ ਬਾਬਾ ਜੀ ਕਹਿੰਦੇ ਜੀ ਸੰਗਤ ਵਿੱਚ ਆ ਕੇ ਭਰੀਆ ਮਤ ਪਾਪਾਂ ਕਾ ਸੰਗ, ਉਹ ਧੂਪ ਹੈ ਨਾਵਾ ਕਾ ਰੰਗ। ਨਾਮ ਦੇ ਰੰਗ ਨਾਲ ਇਹ ਭਾਈ ਧੋਤਾ ਜਾਵੇਗਾ। ਅਸੀਂ ਜਿਹੜੇ ਵਿਚਾਰ ਹੈ ਬਾਣੀ ਦੁਆਰਾ ਅਸੀਂ ਉਹ ਵਿਚਾਰ ਸੁਣਨੇ ਆ। ਬਾਬਾ ਜੀ ਕਿਰਪਾ ਕਰਦੇ ਸੀ, ਜਿਹੜੇ ਮਹਾਂਪੁਰਸ਼ਾਂ ਦੇ ਵਿਚਾਰ ਹੁੰਦੇ ਆ ਉਹਨਾਂ ਦਾ ਤੇ ਦੂਜੇ ਵਿਚਾਰਾਂ ਦਾ ਫਰਕ ਹੁੰਦਾ ਹੈ। ਕਿਵੇਂ ਫਰਕ ਹੁੰਦਾ ਹੈ? ਉਹਨਾਂ ਦੇ ਕਮਾਏ ਹੋਏ ਵਿਚਾਰ ਹੁੰਦੇ ਆ। ਜੇ ਕਮਾਏ ਹੋਏ ਵਿਚਾਰ ਨਹੀਂ, ਬਾਬਾ ਜੀ ਕਿਰਪਾ ਕਰਦੇ ਸੀ, ਫਿਰ ਉਹਨਾਂ ਦਾ ਅਸਰ ਨਹੀਂ ਪੈਂਦਾ। ਉਹ ਅਸਰ ਤਾਂ ਪਵੇਗਾ ਜੇ ਉਹਨਾਂ ਦੇ ਵਿਚਾਰ ਕਮਾਏ ਹੋਣਗੇ। ਮਿਲ ਸੰਤ ਸਭਾ ਮਨ ਮਾਂਜੀਐ ਭਾਈ, ਹਰ ਕੇ ਨਾਏ ਨਵਾਸ। ਬਾਬਾ ਜੀ ਕਿਰਪਾ ਕਰਦੇ ਸੀ, ਹਰੀ ਦਾ ਜਿਹੜਾ ਨਾਮ ਹੈ ਉਹਦਾ ਨਿਵਾਸ ਕਿੱਥੇ ਹੋਵੇ? ਹਿਰਦੇ ਵਿੱਚ ਹੋਵੇ। ਜਿੰਨਾ ਚਿਰ ਹਿਰਦੇ ਵਿੱਚ ਨਹੀਂ ਹੁੰਦਾ ਉਹਨਾਂ ਚਿਰ ਫਿਰ ਬਾਬਾ ਜੀ ਕਹਿੰਦੇ ਸੀ ਕੋਈ ਵਸਤੂ ਪ੍ਰਾਪਤ ਨਹੀਂ ਹੁੰਦੀ। ਸੱਚ ਤਾਂ ਪੁਰ ਜਾਣੀਐ, ਜਾਂ ਹਿਰਦਾ ਸੱਚਾ ਹੋਏ। ਕੂੜ ਕੀ ਮਲ ਉਤਰੈ, ਤਨ ਕਰੇ ਅੱਛਾ ਤੋ। ਸੱਚ ਤਾਂ ਪੁਰ ਜਾਣੀਐ, ਜਾ ਸੱਚ ਧਰੇ ਪਿਆਰ। ਨਾਉ ਸੁਣ ਮਨ ਰਹਿਸੀਐ, ਤਾਂ ਪਾਏ ਮੋਖ ਦੁਆਰ। ਜਿਹਦਾ ਨਾਮ ਸੁਣ ਕੇ ਮਨ ਰਹਿਸ ਜਾਵੇ, ਮਨ ਨੂੰ ਖੁਸ਼ੀ ਪੈਦਾ ਹੋਵੇ, ਮਨ ਪ੍ਰਫੁੱਲਤ ਹੋ ਜਾਵੇ, ਫਿਰ ਬਾਬਾ ਜੀ ਕਹਿੰਦੇ ਸੀ, ਉਹ ਜੀਵ ਕਹਿੰਦਾ ਧੰਨ ਹੈ ਮਹਾਰਾਜ ਤੁਸੀਂ, ਧੰਨ ਹੈ ਤੁਹਾਡੇ ਵਿਚਾਰ, ਧੰਨ ਹੈ ਤੁਹਾਡੀ ਕਮਾਈ, ਤੁਸੀਂ ਸਾਨੂੰ ਐਡੇ ਸੋਹਣੇ ਵਿਚਾਰ ਦੱਸੇ। ਸੱਚ ਤਾਂ ਪੁਰ ਜਾਣੀਐ, ਜਾਂ ਜੁਗਤ ਜਾਣੈ ਜੀਉ। ਧਾਰਤ ਕਾਇਆ ਸਾਧ ਕੇ। ਆ ਗੁਰੜ ਗੁਰੜ ਜੀ ਕਾਹਦੇ ਚ ਹੁੰਦੀ ਹੈ?
ਬੰਦ ਕਰ ਦੇ ਪੱਖਾ ਜਾ, ਬੰਦ ਕਰ ਦੇ ਨਾ ਪੱਕਿਆਂ ਨੂੰ, ਤੇ ਗਰਮੀ ਆ। ਸੱਚ ਤਾਂ ਪੁਰ ਜਾਣੀਐ ਜਾਂ ਜੁਗਤ ਜਾਣੈ ਜੀਓ, ਧਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਬੀਓ। ਜਿਹੜਾ ਕਰਤੇ ਦਾ ਬੀਜ ਹੈ ਉਹ ਕਿੱਥੇ ਬੀਜਿਆ ਜਾਵੇਗਾ? ਬਾਬਾ ਜੀ ਨੇ ਦ੍ਰਿਸ਼ਟਾਂਤ ਦਿੱਤਾ ਸਾਨੂੰ। ਧਰਤ, ਜਿਵੇਂ ਧਰਤੀ ਦੇ ਵਿੱਚ ਅਸੀਂ ਕੋਈ ਫਸਲ ਬੀਜਦੇ ਹਾਂ, ਉਸ ਫਸਲ ਨੂੰ ਫਿਰ ਬਾਬਾ ਜੀ ਕਹਿੰਦੇ ਸੀ ਭਾਈ ਚੰਗੀ ਤਰ੍ਹਾਂ ਘਾਹ ਫੂਸ ਚੁੱਕ ਕੇ ਸਾਫ ਸੁਥਰੀ ਕਰਕੇ, ਜਦੋਂ ਫੇਰ ਸਾਡਾ ਇੱਕ ਜ਼ਿਮੀਂਦਾਰ ਦਾ ਮਨ ਮੰਨਦਾ ਹੈ ਹਾਂ ਬਈ ਹੁਣ ਬੀਜਣ ਦੇ ਵੱਤ ਹੈ, ਉਦੋਂ ਬੀਜਣੀ ਆ। ਫਿਰ ਇੱਕ ਇੱਕ ਦਾਣੇ ਤੋਂ ਲੱਖਾਂ ਦਾਣੇ, ਹਜ਼ਾਰਾਂ ਦਾਣੇ ਪੈਦਾ ਹੁੰਦੇ ਆ, ਸੈਂਕੜੇ ਦਾਣੇ ਪੈਦਾ ਹੁੰਦੇ ਆ ਇੱਕ ਦਾਣਾ ਬੀਜਣ ਦੇ ਨਾਲ। ਕਿੰਨੀਆਂ ਬੱਲੀਆਂ ਲੱਗਦੀਆਂ ਬੂਝੇ ਤੇ, ਫਿਰ ਕਿੰਨੇ ਦਾਣੇ ਪੈਦਾ ਹੁੰਦੇ ਆ। ਧਰਤ ਕਾਇਆ ਸਾਧ ਕੇ ਵਿੱਚ ਦੇਹ, ਕਾਇਆ ਕਿਹਾ ਸਰੀਰ ਨੂੰ, ਵਿੱਚ ਦੇਹ ਕਰਤਾ ਬੀਓ। ਇਸ ਦੇਹ ਦੇ ਵਿੱਚ ਕਰਤੇ ਦਾ ਬੀਜ ਬੀਜਣਾ। ਦੁਨਿਆਵੀ ਬੀਜ ਤਾਂ ਅਸੀਂ ਬਹੁਤ ਬੀਜਦੇ ਹਾਂ, ਨਿੰਦਿਆ ਚੁਗਲੀ ਵੀ ਬੜੀ ਕਰ ਲੈਂਦੇ ਹਾਂ। ਚੰਗੀ ਚਾਹ ਚੂ ਪੀ ਕੇ ਫਲਾਨਾ ਆਏ ਆ, ਫਲਾਨਾ ਆਏ ਆ, ਬੜਾ ਕੁਛ ਕਰਦੇ ਆ। ਬਾਬਾ ਜੀ ਕਹਿੰਦੇ ਜੀ ਜੇ ਤਾਂ ਚੰਗੀ ਚਾਹ ਪੀ ਕੇ ਭਾਈ ਕਿਸੇ ਦੀ ਉਸਤਤ ਕਰਦੇ ਆ, ਕਿਸੇ ਨੂੰ ਚੰਗਾ ਕਹਿੰਦੇ ਆ, ਫੇਰ ਤਾਂ ਅਸੀਂ ਸਾਡੇ ਪੁੰਨ ਵੱਧਦੇ ਆ। ਜੇ ਚੰਗਾ ਖਾਣਾ ਦਾਣਾ ਖਾ ਕੇ ਨਿੰਦਿਆ ਕਰਦੇ ਆ, ਫਿਰ ਸਾਡੇ ਪਾਪ ਵੱਧ ਜਾਂਦੇ ਆ। ਨਿੰਦਿਆ ਕਰਨ ਦੇ ਨਾਲ ਪਾਪ ਵੱਧਦੇ ਆ, ਉਸਤਤ ਕਰਨ ਦੇ ਨਾਲ, ਚੰਗਾ ਕਹਿਣ ਦੇ ਨਾਲ ਸਾਡੇ ਪੁੰਨ ਵੱਧਦੇ ਆ। ਅਸੀਂ ਪੁੰਨ ਵਧਾਉਣੇ ਆ। ਧਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਬੀਜ, ਕਰਤੇ ਦਾ ਬੀਜ ਬੀਜਣਾ। ਇਹ ਸਾਨੂੰ ਦੱਸੇਗਾ ਕੌਣ? ਮਹਾਪੁਰਸ਼ ਦੱਸਣਗੇ। ਮਹਾਪੁਰਸ਼ਾਂ ਦੀ ਡਿਊਟੀ ਹੁੰਦੀ ਹੈ। ਸੰਤੋ ਇਹ ਬਤਾਵੋ ਕਾਰੀ, ਬਾਬਾ ਜੀ ਦੀ ਬਾਣੀ ਹੈ। ਸੰਤੋ ਇਹ ਬਤਾਵੋ ਕਾਰੀ, ਜਤ ਹਉਮਾ ਗਰਭ ਨਮਾਰੀ। ਮਿਲ ਸੰਤ ਸਭਾ ਮਨ ਮਾਂਜੀਐ ਭਾਈ, ਹਰ ਕੇ ਨਾਏ ਨਿਵਾਸ। ਜਾ ਕੇ ਘਰ ਸਭ ਕੁਛ ਹੈ ਭਾਈ, ਨੌਨਿਤ ਭਰੇ ਭੰਡਾਰਾ। ਕਿਹਦੇ ਘਰ ਵਿੱਚ ਸਭ ਕੁਛ ਹੈ? ਇੱਕ ਤਾਂ ਸਾਡੇ ਦੁਨਿਆਵੀ ਘਰ ਵਾ, ਇਹਨਾਂ ਵਿੱਚ ਸਾਡੇ ਪਦਾਰਥ ਖਾਣ ਪੀਣ ਵਾਲੇ ਹੁੰਦੇ ਆ, ਪਹਿਨਣ ਪੱਚਣ ਵਾਲੇ ਹੁੰਦੇ ਆ, ਸੁੱਖ ਦੇ ਸਾਧਨ ਬਣਾਏ ਹੁੰਦੇ ਆ। ਨਹੀਂ, ਰੱਬ ਦੇ ਘਰ ਵਿੱਚ ਜਾ ਕੇ ਘਰ ਸਭ ਕੁਝ ਹੈ ਭਾਈ, ਨੌ ਨਿਤ ਭਰੇ ਭੰਡਾਰਾ। ਬੇਅੰਤ ਭੰਡਾਰੇ ਹੈ, ਬੇਅੰਤ ਉਸਤਤ ਦੇ ਭੰਡਾਰੇ ਹੈ, ਜਿੰਨੇ ਮਰਜ਼ੀ ਲੈ ਲਓ। ਪਰ ਉਥੋਂ ਉਹ ਮਿਲਣਗੇ ਕਿਵੇਂ? ਜੇ ਉਸ ਮਾਲਕ ਨੂੰ ਰਾਧਾਂਗੇ। ਜੇ ਮਾਲਕ ਨੂੰ ਰਾਧਦੇ ਨਹੀਂ
याद नहीं करते। आ एक दुनियावी बच्चे हुंदे आ, जे प्यो की लोड़ होवे जां मां की लोड़ होवे तां मिठे प्यारे होके कोई चीज़ मंग लैंदे आ। वो दे तां दिंदे आ, पर वो कहिंदे मतबली बंदा है, बई हुण इहनूं वस्तु की लोड़ सी तां साडे कोले लैण आ गया, ते ऊं साडे नेड़े नहीं आउंदा, ऊं सानूं याद नहीं करदा। इवें जिवें रब भी है, जाके घर सब कुछ है भाई, नौ नित भरे भंडारा। किवें मिलेगा? गुरु नानक दे दर ते की नहीं है? सारियां दातां है, जो मर्जी लै लो। पर किवें मिलेगी? विचोला पाउणा पवेगा, विचोले तो बगैर कारज रास नहीं आउंदा। बाबा जी बाणी अंदर किरपा करदे आ, हब्बे साग कड़ावे डिठे, पल्ले तैंडे लागी, तैंडी वंड समय कोए ना डिठा, तू नानक मन भाणा, घोल कमाई तस मित्र विचोले, जय मिल कंत पछाण। असी जे अपने कंत की पछाण करनी है, सानू महापुरुष की संगत करनी पवेगी, महापुरुषों की चाकरी करनी पवेगी, उन्हां दा हुक्म मनना पवेगा। पर महापुरुषों नूं भी ठंगोर लेना चाहिए, ये ना होवे कमजोर महापुरुष दे दाले। कई लोग एवें चोले पा के तो घरां विच तुरे फिरदे आ, लोकां दे घरां विच गेड़े कढ़दे फिरदे आ, मंगदे फिरदे आ, मंगदे। बाबा जी कहंदे सी, जे भाई साडे घर दा बिहंगम बन के वो कहे मैं नानक सरदा, वो मंगदा ना आए, गुट वड़ दो गुट उसका, भाई वो मर्यादा है, नानसर दी मंगना मर्यादा। तेनू शर्म नहीं आउंदी? ते दस्तार तां बन्नी आ गोल, ते फिरदा मंगदा है? नहीं। बाबा जी कहंदे सी ये साडे घर दी मर्यादा नहीं, उन्हां तो सुचेत रहना। असी तां गुरु नानक तो मंगना। की मंगना? बाबा जी कहंदे सी नाम मंगना। सच्चे पातशाह साडे ते मेहर करो, सानू अपने चरनी लाओ, दिन राती राधो प्यारो, निमख ना कीजे ढीला। जे दिन राती अपने मालक नूं राधांगे, निमख भर भी ढिल ना करांगे, तुसी कहोगे बई असी काम भी करना है, रोटी पानी भी खाना है, खेतां बारां च भी जाना है, ड्यूटियां ते भी जाना है, दिन राती किवें राधांगे? बाबा जी बचन करदे सी भाई, बंदा जदों खांदा पींदा उदों भी बंदा नाम जप सकदा, जदों बंदा सुत्ता है उदों अख खुल जाती है, वाहिगुरू वाहिगुरू करे, जदों अख खुल जावे, पैण लग्या उदों भी वाहिगुरू वाहिगुरू करे, कीर्तन सोले का पाठ करके पवे। ते बाबा जी कहंदे सी जदों भी उहदा टाइम उसनूं मिले उदों ही रब दा नाम लवे, अपनी रसना ते वाहिगुरू दा नाम लवे। उहनूं कहंदे आ दिन राती राधो प्यारो,
ਨਿਮਖ ਨਾ ਕੀਜੇ ਢੀਲਾ। ਫਿਰ ਉੱਥੋਂ ਉਹਨੂੰ ਸਾਰੀਆਂ ਦਾਤਾਂ ਮਿਲਦੀਆਂ। ਫਿਰ ਬਾਬਾ ਜੀ ਕਹਿੰਦੇ ਸੀ ਕੋਈ ਘਾਟਾ ਨਹੀਂ ਰਹਿੰਦਾ। ਦਿਨ ਰਾਤੀ ਰਾਧੋ ਪਿਆਰੋ, ਨਿਮਖ ਨਾ ਕੀਜੇ ਢੀਲਾ। ਸੰਤ ਸੇਵਾ ਕਰ ਭਾਵ ਨਹੀਂ ਲਾਈ ਆ। ਸੰਤਾਂ ਦੀ ਸੇਵਾ ਤੋਂ ਕੀ ਮਿਲਦਾ ਹੈ? ਤੁਹਾਨੂੰ ਕੋਈ ਮਹਾਂਪੁਰਸ਼ਾਂ ਦਾ ਹੁਕਮ ਹੋ ਗਿਆ, ਤੁਸੀਂ ਹੁਕਮ ਦੀ ਵਿਨਾਸ਼ ਕਰਦੇ ਹੋ। ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼। ਇੱਕ ਤਾਂ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਆ, ਸਾਨੂੰ ਆ ਮਹਾਂਪੁਰਸ਼ਾਂ ਦਾ ਹੁਕਮ ਹੋਇਆ। ਇੱਕ ਇੱਧਰੋਂ ਸੁਣਿਆ ਤੇ ਦੂਜੇ ਪਾਸੇ ਕੱਢ ਦਿੱਤਾ। ਉਹਨਾਂ ਨੂੰ ਫਿਰ ਕੀ ਮਿਲਦਾ ਹੈ? ਉਹ ਖਾਲੀ ਰਹਿ ਜਾਂਦੇ ਆ। ਸੰਤ ਸੇਵਾ ਕਰ ਭਾਵਨੀ ਲਾਈਐ, ਤਿਆਗ ਮਾਨ ਪਠੀਲਾ। ਸੰਤਾਂ ਦੀ ਸੇਵਾ ਕਰਕੇ, ਸੰਤਾਂ ਦਾ ਹੁਕਮ ਮੰਨ ਕੇ ਬੰਦਾ ਪ੍ਰਸੰਨਤਾ ਲੈ ਸਕਦਾ, ਗੁਰੂ ਦੀ ਮਿਹਰ ਲੈ ਸਕਦਾ ਮਹਾਂਪੁਰਸ਼ਾਂ ਦੇ ਰਾਹੀਂ। ਇਹ ਮਹਾਂਪੁਰਸ਼ ਕਿਹਦੇ ਭੇਜੇ ਆ? ਪਰਮਾਤਮਾ ਦੇ ਭੇਜੇ ਆ। ਉਹਨਾਂ ਨੇ ਕਿਰਪਾ ਕੀਤੀ ਆ। ਸੰਤੋ ਇਹ ਬਤਾਵੋ ਕਾਰੀ, ਜਤ ਹਉਮਾ ਗਰਬਨ ਮਾਰੀ। ਬਈ ਦੁਨੀਆ ਤੇ ਜਾ ਕੇ ਕਾਰੀ ਬਤਾਓ, ਰੱਬ ਵਾਲੇ ਪਾਸੇ ਲਾਓ। ਬਾਬਾ ਈਸਰ ਸਿੰਘ ਜੀ ਮਹਾਰਾਜ ਨੇ, ਬਾਬਾ ਆਨੰਦ ਸਿੰਘ ਜੀ ਇਸ ਧਰਤੀ ਤੇ ਆ ਕੇ ਬੈਠੇ, ਬੜੀ ਤਪੱਸਿਆ ਕੀਤੀ। ਆਪਣੀ ਮੌਜੂਦਗੀ ਵਿੱਚ ਬੜੇ ਰਾਜੇ ਮਹਾਰਾਜੇ ਸੇਵਾ ਕਰਨ ਵਾਲੇ ਸੀ। ਕਹਿੰਦੇ ਸੀ ਬਾਬਾ ਜੀ ਹੁਕਮ ਕਰੋ, ਜਿੰਨੀ ਮਾਇਆ ਕਹੋ ਓਨੀ ਲਾ ਦਿੰਦੇ ਆ। ਪਰ ਬਾਬਾ ਜੀ ਨੇ ਕਿਹਾ ਨਹੀਂ, ਅਸੀਂ ਨਹੀਂ ਭਾਈ ਮਾਇਆ ਲਾਉਣੀ, ਅਸੀਂ ਤਾਂ ਤਪੱਸਿਆ ਹੀ ਕਰਨੀ ਹੈ। ਸਾਥੋਂ ਬਾਅਦ ਸਾਡਾ ਸੇਵਾਦਾਰ ਆਵੇਗਾ, ਉਹ ਬੜਾ ਕੁਛ ਕਰਾਵੇਗਾ। ਉਹ ਕੌਣ ਆਏ? ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ। ਉਹਨਾਂ ਨੇ ਆ ਕੇ ਗੁਰੂ ਘਰ ਦਾ ਤਬਦੀਲ ਕਰਾਇਆ, ਇਹਨੂੰ ਤਮੀਲ ਕੀਤਾ, ਸੋਹਣੇ ਸਥਾਨ ਬਣਾਏ। ਆ ਜਿਹੜੀ ਮੱਤ ਮਰਜ਼ਾਦਾ, ਇਹ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ। ਤੇ ਬਾਬਾ ਜੀ ਨੇ 20 ਸਾਲ ਲਗਾਤਾਰ 43 ਤੋਂ ਲੈ ਕੇ 63 ਤੱਕ ਅੰਮ੍ਰਿਤ ਸੰਚਾਰ ਕੀਤਾ। ਦੇਸਾਂ ਵਿਦੇਸਾਂ ਵਿੱਚ ਤਾਂ ਬਾਬਾ ਜੀ ਨਹੀਂ ਗਏ, ਕਿਰਪਾ ਉਹਨਾਂ ਦੀ ਜ਼ਰੂਰ ਗਈ ਹੈ। ਪਰ ਬਾਬਾ ਜੀ ਨੇ ਹਿੰਦੁਸਤਾਨ ਦੇ ਕੋਨੇ-ਕੋਨੇ ਤੇ ਗੇੜਾ ਲਾਇਆ, ਖੰਡੇ ਵਾਟੇ ਦਾ ਅੰਮ੍ਰਿਤ ਛਕਾਇਆ। ਬਾਬਾ ਜੀ ਕਹਿੰਦੇ ਸੀ ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਜਿਸ ਸਿਮਤ ਸੁਖ ਪਾਈ ਹੈ, ਸਭ ਤਿਖਾ ਬੁਝਾਈ। ਬਾਬਾ ਜੀ ਕਹਿੰਦੇ ਸੀ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ। ਬੜੇ ਸ਼ਾਹ ਸਿਕੰਦਰ ਵਰਗੇ ਆਏ, ਅੰਮ੍ਰਿਤ ਨੂੰ ਢੂੰਡਦੇ ਢੂੰਡਦੇ ਅੰਮ੍ਰਿਤ ਦੇ ਕੁੰਡ ਤੇ ਚਲੇ ਗਏ। ਜਦੋਂ ਸ਼ਾਹ ਸਿਕੰਦਰ ਬਹੁਤ ਤਕੜਾ ਸੀ, ਜਦੋਂ ਅੰਮ੍ਰਿਤ ਦੇ ਕੁੰਡ ਤੇ ਗਿਆ ਨਾ, ਦੇਵਤਿਆਂ ਨੇ ਸੋਚਿਆ ਬਈ ਇਹ ਤਾਂ ਊਂ ਹੀ ਬੜਾ ਤਕੜਾ ਹੈ, ਇਹਨੂੰ ਕਿਸੇ ਤਰੀਕੇ ਨਾਲ ਮੋੜਿਆ ਜਾਵੇ ਬਲਸਲ ਕਰਕੇ। ਦੇਵਤੇ ਵੀ ਬਲਸਲ ਕਰ ਲੈਂਦੇ ਆ,
ਫਿਰ ਦੇਵਤਿਆਂ ਨੇ ਕਿਵੇਂ ਮੋੜਿਆ। ਉੱਥੇ ਇੱਕ ਸੁੱਕਾ ਜਿਹਾ ਦਰਖਤ, ਉੱਥੇ ਇੱਲ ਦਾ ਰੂਪ ਧਾਰ ਕੇ ਪੱਛਰਾਂ ਦਾ ਉੱਤੇ ਬੈਠੀ ਹੈ। ਜਦੋਂ ਸ਼ਾਹ ਸਿਕੰਦਰ ਗਿਆ, ਉੱਤੋਂ ਚੂੜਾ ਭਰਨ ਲੱਗਿਆ, ਉਹ ਫਿਰ ਇੱਲ ਬੋਲਦੀ ਹੈ, ਸੁਣ ਬੇ ਭਾਈ ਇਹ ਕਨੀਰ ਪੀਣ ਵਾਲਿਆ, ਆ ਮੇਰੀ ਹਾਲਤ ਵੇਖ ਲਾ ਕੀ ਹੋ ਗਈ। ਜਦੋਂ ਤੋਂ ਮੈਂ ਇਹਦੀ ਘੁੱਟ ਭਰੀ ਹੈ, ਮੇਰੇ ਫੰਗ ਇੱਕ ਨਹੀਂ ਰਿਹਾ, ਫੰਗ ਨਾ ਰਹੋ ਸਰੀਰ। ਉਹ ਕਹਿੰਦੀ ਮੇਰੇ ਇੱਕ ਵੀ ਫੰਗ ਨਹੀਂ ਰਿਹਾ। ਇਹ ਜੀ ਨਾ ਸੁੱਟੇ ਦੇਹ ਤੇ, ਰੱਤ ਮੇਰੇ ਵਿੱਚੋਂ ਚਿਉਂ ਹੀ ਜਾਂਦੀ ਹੈ, ਮੇਰਾ ਬੁਰਾ ਹਾਲ ਹੋਇਆ ਵਾ। ਦੇਖੀ ਕਿਤੇ ਭੁੱਲ ਕੇ ਪੀ ਨਾ ਲਈ। ਉਹਨੇ ਉਹਦੀ ਗੱਲ ਸੁਣ ਕੇ, ਫੰਗ ਮੇਰੇ ਇੱਕ ਨਾ ਰਹੋ, ਰੱਤ ਨਾ ਰਹੋ ਸਰੀਰ, ਜਬ ਤੋਂ ਭਿਓ ਕਨੀਰ। ਜਦੋਂ ਤੋਂ ਮੈਂ ਇਹ ਕਨੀਰ ਪੀਤਾ ਮੇਰੀ ਆਹ ਹਾਲਤ ਹੋ ਗਈ। ਦੇਖੀ ਕਿਤੇ ਭੁੱਲ ਕੇ ਘੁੱਟ ਨਾ ਭਰ ਲਵੀਂ। ਸ਼ਾਹ ਸਿਕੰਦਰ ਨੇ ਉੱਥੇ ਹੀ ਛੱਡ ਦਿੱਤਾ। ਦੇਵਤਿਆਂ ਨੇ ਬਲਸਾਰ ਕਰਕੇ ਮੋੜ ਦਿੱਤਾ। ਸਾਡੇ ਵਾਸਤੇ ਗੁਰੂ ਕਲਗੀਧਰ ਪਾਤਸ਼ਾਹ ਨੇ, 10ਵੇਂ ਪਾਤਸ਼ਾਹ ਨੇ ਬੜੀ ਮਹਾਨ ਕਿਰਪਾ ਕੀਤੀ। 5 ਪਿਆਰੇ ਸਾਜ ਕੇ ਤੇ ਫਿਰ ਗੁਰੂ ਸਾਹਿਬ ਨੇ ਆ ਮਹਾਨ ਕਿਰਪਾ ਕਰ ਦਿੱਤੀ ਖੰਡੇ ਬਾਟੇ ਦੇ ਅੰਮ੍ਰਿਤ ਦੀ। ਸਾਨੂੰ ਅੰਮ੍ਰਿਤ ਬਖਸ਼ ਦਿੱਤਾ ਤੇ ਅਸੀਂ ਅੱਜ ਕੱਲ੍ਹ ਅੰਮ੍ਰਿਤ ਤੋਂ ਵਾਂਝੇ ਫਿਰਦੇ ਆ। ਸਾਨੂੰ ਅੰਮ੍ਰਿਤ ਛਕਣਾ ਚਾਹੀਦਾ, ਗੁਰੂ ਵਾਲੇ ਬਣਨਾ ਚਾਹੀਦਾ। ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਤੇ ਬਾਬਾ ਜੀ ਕਿਰਪਾ ਕਰਦੇ ਸੀ, ਜੇ ਭਾਈ ਅਸੀਂ ਅੰਮ੍ਰਿਤ ਛਕਾਂਗੇ ਸਾਨੂੰ ਜਮਦੂਤ ਨਹੀਂ ਲਿਜਾ ਸਕਦੇ, ਸਾਡਾ ਦ੍ਰਿਸ਼ ਬਦਲ ਜਾਵੇਗਾ, ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਪੁੱਤਰ ਬਣ ਜਾਵਾਂਗੇ। 4 ਕਰੇ ਤਾਂ 4, ਜਿਹੜਾ ਅੰਮ੍ਰਿਤ ਛਕ ਲੈਂਦਾ ਤੇ ਬਾਬਾ ਜੀ ਕਹਿੰਦੇ ਜੀ ਫਿਰ ਉਹਨੂੰ 4 ਕਰੈਤਾਂ ਦਾ ਧਿਆਨ ਰੱਖਣਾ ਪੈਂਦਾ। ਉਹ ਕਿਹੜੀਆਂ 4 ਕਰੈਤਾਂ? ਸਭ ਤੋਂ ਪਹਿਲੀ ਕਰੈਤ ਪਰਾਈ ਇਸਤਰੀ ਗਾਮੀ ਹੋ ਜਾਣਾ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਏਕਾ ਨਾਰੀ ਸਦਾ ਜਤੀ, ਪਰ ਨਾਰੀ ਧੀ ਭੈਣ ਵਖਾਣੇ। ਬਾਬਾ ਜੀ ਕਹਿੰਦੇ ਸੀ ਭਾਈ ਬਰਾਬਰ ਦੀਆਂ ਨੂੰ ਭੈਣਾਂ, ਵੱਡੀਆਂ ਨੂੰ ਮਾਵਾਂ, ਛੋਟੀਆਂ ਨੂੰ ਬੱਚੀਆਂ। ਜਿਹੜਾ ਗ੍ਰਸਤੀ ਹੈ ਉਹ ਆਪਣੇ ਘਰ ਤੇ ਖੜੇ, ਜੇ ਘਰ ਤੋਂ ਬਾਹਰ ਜਾਂਦਾ ਹੈ ਫਿਰ ਬਾਬਾ ਜੀ ਕਹਿੰਦੇ ਸੀ ਲੋਕ ਬੁਰਾ ਕਹਿੰਦੇ ਆ, ਆਹ ਦੇਖੋ ਕਹੇ ਜਾ ਬੰਦਾ ਇਹ ਆਪਦੇ ਘਰ ਨੂੰ ਛੱਡ ਕੇ ਅਵਾਰਾ ਕੁੱਤਿਆਂ ਨੂੰ ਤੁਰਿਆ ਫਿਰਦਾ। ਨਹੀਂ, ਇਹ ਨਹੀਂ ਕੰਮ ਕਰਨਾ। ਬਾਬਾ ਜੀ ਕਹਿੰਦੇ ਸੀ ਫਿਰ ਬਿਮਾਰੀਆਂ ਲੱਗ ਜਾਂਦੀਆਂ, ਇਹਨਾਂ ਬਿਮਾਰੀਆਂ ਤੋਂ ਬਚਣਾ। ਇਹ ਮਾੜੀਆਂ ਚੀਜ਼ਾਂ ਆਪਣੇ ਘਰ ਤੇ ਹੈ ਜਿਹੜਾ ਏਕਾ ਨਾਰੀ ਸਦਾ ਜਤ। ਤੇ ਇਸ ਤਰ੍ਹਾਂ ਬਾਬਾ ਜੀ ਕਿਰਪਾ ਕਰਦੇ ਆ। ਦੂਜੀ ਕਰੈਤ ਆਪਣੇ ਸਰੀਰ ਤੋਂ ਰੋਮ ਲੁਹਾ ਦੇਣੇ। ਬਾਬਾ ਜੀ ਕਹਿੰਦੇ ਸੀ ਰੋਮ ਨਹੀਂ ਲੁਹਾਉਣੇ, ਇਹ ਰੋਮ ਸਾਨੂੰ ਧੁਰੋਂ ਨਾਲ ਆਉਂਦੇ ਆ। ਆ ਮਰਦ ਨੂੰ ਦਾੜੀ ਮੁੱਛ ਦਿੱਤੀ ਹੈ, ਸਾਡੀਆਂ ਮਾਵਾਂ ਨੂੰ ਨਹੀਂ ਦਿੱਤੀ ਇਹ। ਤੇ ਬਾਬਾ ਜੀ ਕਹਿੰਦੇ ਸੀ ਨਹੀਂ ਭਾਈ ਅਸੀਂ ਦਾੜੀ ਮੁੱਛ ਕਟਾਉਣੀ ਨਹੀਂ, ਰੋਮ ਨਹੀਂ ਕਟਾਉਣੇ, ਇਹ ਰੱਖਣੇ ਆ, ਅੰਮ੍ਰਿਤ ਵੀ ਛਕਣਾ। ਫਿਰ ਸਾਡੇ ਤੇ ਗੁਰੂ ਕਲਗੀਆਂ ਵਾਲੇ ਦੀ ਮਹਾਨ ਕਿਰਪਾ ਹੋਵੇਗੀ। ਤੇ ਇਸ ਤਰ੍ਹਾਂ ਭਾਈ ਜਿਹੜੀ ਤੀਜੀ ਕਰੈਤ ਹੈ ਹਲਾਲ ਕੀਤਾ ਕੁੱਠਾ ਛਕ ਲੈਣਾ, ਇਹ ਵੀ ਮਾੜੀਆਂ ਚੀਜ਼ਾਂ। ਕਈ ਲੋਕ ਸਵਾਦ ਦੇ ਮਾਰੇ ਇਹ ਚੀਜ਼ਾਂ ਮਾਸ ਮਿੱਟੀ ਖਾਂਦੇ ਆ,
पर इन्हां जानवरां दे विच भी कई तरह दीयां बिमारियां आउंदियां, इन्हां तो भी बचना चाहिदा। इन्हां विच कैंसर भी आउंदे आ, कैंसर भी लाग दी बीमारी बन जाती है, ये तो भी बचना है। बाबा जी कृपा करते सी, जे रत लगे कपड़े जामा होए पलीत, जो रत पीवे मानसा तिन क्यों निर्मल चीत। जे मानस दे पा के जानवरां दी रत पींदा है, की ओदा निर्मल चित हो जाएगा? नहीं होवेगा। फिर निर्मल चित नहा धो के भी सुच्चा हो गया? नहीं। बाबा जी कहते सी भाई इन्हां चीज़ों तो संकोच करना है। चौथी करैत है आ जिहड़ा तंबाकू वगैरह, गुरु कलगीधर पातशाह दा घोड़ा नहीं सी लंघिया विच दी, घोड़ा तंबाकू दी वट ते खड़ गया जाके। गुरु साहब ने पुछया भाई ये की बीजिया? हरा भरा खेत है। वो जिमीदार कहन लग्या महाराज तंबाकू है। गुरु साहब ने नीले नूं थापी दिती, हाँ बई ये जानवर नूं भी अकल है बई इहदे विच नहीं वड़ना। ते इसलिए फिर पासे दी गुरु साहब ले गए। ये जेड़े जानवर है ये भी रब दा नाम लैंदे आ, अंमृत वेले उठते हैं, उदों ये रौला पाउंदे आ, अपनी भाषा विच ये भी रब नूं याद करते हैं। केरा दा जिक्र बाबा ईसर सिंह जी महाराज किसी जगह ते गए, उत्थे 5-4 बंदे बाबा जी कोले खड़े हैं। एक बंदे ने बेनती करती, बाबा जी ये घुग्गियां लड़ी जांदियां, इन्हां ने की वंडना है? घुग्गियां ने। बाबा जी कहन लगे भाई ये तो नाम जपण पिछे लड़दियां। जदों बाबा जी ने कहा नाम जपण पिछे लड़दियां, उन्हें मत्था टेकिया। धन्नो बाबा जी तुसी, धन है थोड़ी दृष्टि, असी लोगों की दृष्टि माड़ी है। आप महापुरुष हो, तुसी सच कह रहे हो बई ये नाम जपण पिछे लड़दियां। फिर बाबा जी ने कृपा की बई गुरु साहब की बाणी है, केतियां तेरी कुदरती केवट तेरी दात, केते तेरे जीव जंत, सिफत करे दिन रात। ये जेड़े जीव जंत है ये भी दिन रात मालक की सिफत करते हैं। जेड़ा बंदा है ये इन्हां 84 लाख जून का बादशाह, बादशाह जे बादशाह हो के ये नाम नहीं जपदा, बाणी नहीं पढ़दा, चंगे पुरुषों की संगत नहीं करता, फिर बाबा जी की वचन करते हैं बाणी विच, मानस दे पाई वड भागी। बई मानस दे बड़े भागां करके पाई है, मानस दे पाई वड भागी, नाम ना जपिया आत्मघात। जे बंदा नाम नहीं जपदा वो अपने आप का घात करता है। ये दुबारे किसी ने नहीं दसिया बई मैं दुबारे आ गया। एक वेरी जिंदगी मिली है, एक वेरी चले जाना है। असी इस जिंदगी नूं चंगे पासे लाउणा है। साडे नौजवान बच्चे है, बच्चियां, वो अपने माता पिता की सेवा करन, माता पिता के हुक्म विच चलन। साडे परिवार दे जी है, उन्हां दा भी ये फर्ज बनता है। जिहड़ी इस्त्री है वो पति का हुक्म मन्ने, पति इस्त्री नाल मिल के चले। जे पति का ते इस्त्री का प्यार नहीं, जे आपस विच ही मिल के नहीं रहिंदे, फिर बाबा जी कहंदे सी उस घर विच बरकतां नहीं रहिंदियां।
ਐ ਬਾਬਾ ਜੀ ਕਿਰਪਾ ਕਰਦੇ ਸੀ। ਤੇ ਇਸ ਤਰ੍ਹਾਂ ਭਾਈ ਅਸੀਂ ਚੰਗੇ ਬਣਨਾ, ਇਹ ਸਾਨੂੰ ਸਮੱਤ ਕਿੱਥੋਂ ਮਿਲਦੀ ਹੈ? ਗੁਰੂ ਘਰ ਵਿੱਚੋਂ ਸਮੱਤ ਮਿਲਦੀ ਹੈ। ਆ ਜਿਹੜੇ ਕਰੋਨਾ ਵਗੈਰਾ ਬਿਮਾਰੀਆਂ ਚੱਲੀਆਂ, ਆ ਜਿਹੜੇ ਲੋਕ ਰੱਬ ਨੂੰ ਭੁੱਲ ਗਏ ਸੀ, ਬੜੇ ਬੜੇ ਲੋਕ, ਤੇ ਅੱਜ ਉਹ ਲੋਕ ਵੀ ਬਿਮਾਰੀ ਦੇ ਸਿੱਟੇ ਪਏ ਆ ਹਸਪਤਾਲਾਂ ਵਿੱਚ। ਇਹ ਬਾਬਾ ਜੀ ਕਹਿੰਦੇ ਸੀ ਭਾਈ ਜਿਹਨੇ ਗੁਰੂ ਨਾਨਕ ਦੇ ਚਰਨ ਪਕੜੇ ਹੋਏ ਆ, ਗੁਰੂ ਨਾਨਕ ਲੇਵਾ ਸਿੱਖ ਹੈ, ਬਾਣੀ ਪੜ੍ਹਦਾ ਹੈ, ਅੰਮ੍ਰਿਤ ਛਕਿਆ, ਉਹ ਤੇ ਗੁਰੂ ਨਾਨਕ ਦੀ ਮਿਹਰ ਰਹਿੰਦੀ। ਜਿਵੇਂ ਚਰਨ ਕਮਲ ਹਿਰਦੇ ਵਸੈ, ਸੰਕਟ ਸਭ ਖੋਵੈ। ਗੁਰ ਪੂਰਾ ਜਿਸ ਭੇਟੀਐ, ਮਰ ਜਨਮ ਨਾ ਰੋਵੈ। ਜਿਹਨੇ ਪੂਰੇ ਗੁਰੂ ਦੀ ਆਪਣਾ ਆਪ ਭੇਟ ਕਰਤਾ, 2 ਟਾਈਮ ਅਰਦਾਸ ਕਰਦਾ ਹੈ, ਘਰ ਤੋਂ ਬਾਹਰ ਜਾਣ ਵੇਲੇ ਗੁਰੂ ਨਾਨਕ ਦੇ ਚਰਨਾਂ ਵਿੱਚ ਅਰਦਾਸ ਕਰਕੇ ਜਾਂਦਾ ਹੈ, ਫਿਰ ਗੁਰੂ ਨਾਨਕ ਮਿਹਰ ਰੱਖਦੇ ਹੈ। ਬਾਬਾ ਜੀ ਦਾ ਬਚਨ ਸੀ, ਵਿੱਚ ਕਰਤਾ ਪੁਰਖ ਖਲੋਆ, ਫਿਰ ਬਾਲ ਨਾ ਵਿੰਗਾ ਹੋਆ। ਉਹਨਾਂ ਦਾ ਬਾਲ ਵੀ ਵਿੰਗਾ ਨਹੀਂ ਹੁੰਦਾ। ਜਿਹੜੇ ਭਾਈ ਗੁਰੂ ਨਾਨਕ ਲੇਵਾ ਸਿੱਖ ਹੈ, ਗੁਰੂ ਨਾਨਕ ਦੇ ਘਰ ਨਾਲ ਜੁੜੇ ਹੋਏ ਆ, ਉਹਨਾਂ ਦਾ ਬਾਲ ਵਿੰਗਾ ਨਹੀਂ ਹੁੰਦਾ। ਚਰਨ ਕਮਲ ਹਿਰਦੇ ਵਸੈ, ਸੰਕਟ ਸਭ ਖੋਵੈ। ਗੁਰ ਪੂਰਾ ਜਿਸ ਭੇਟੀਐ, ਮਰ ਜਨਮ ਨਾ ਰੋਵੈ। ਤੇ ਜਿਹੜੇ ਬੜੇ ਬੜੇ ਲੋਕ ਹੈ, ਤੇ ਬੜੇ ਬੜੇ ਹੀ ਝੂਠ ਬੋਲਦੇ ਆ, ਬੜੇ ਬੜੇ ਧੋਖੇ ਕਰਦੇ ਆ, ਠੱਗੀਆਂ ਮਾਰਦੇ ਆ, ਕਹਿੰਦੇ ਅਸੀਂ ਦੁਨੀਆ ਤੋਂ ਜਾਈਏ ਹੀ ਨਾ। ਫਿਰ ਉਹਨਾਂ ਲਈ ਵੀ ਬਾਬਾ ਜੀ ਵਚਨ ਕਰਦੇ ਆ। ਬਾਬਾ ਜੀ ਕਿਰਪਾ ਕਰਦੇ ਸੀ, ਜਿਵੇਂ ਉਹ ਆਉਂਦੇ ਆ ਦੁਨੀਆ ਤੇ, ਆਉਂਦੇ ਚੰਗਾ ਕੰਮ ਕਰਨ ਵਾਸਤੇ ਆ, ਲੱਗ ਜਾਂਦੇ ਆ ਮਾੜੇ ਪਾਸੇ। ਜਦੋਂ ਮਾੜੇ ਪਾਸੇ ਲੱਗ ਜਾਂਦੇ ਆ, ਫਿਰ ਉਹ ਕਲਯੁਗ ਦੇ ਪੰਜੇ ਵਿੱਚ ਫਸ ਜਾਂਦੇ ਆ। ਫਿਰ ਉਹਨਾਂ ਨੂੰ ਨਿਕਲਣਾ ਔਖਾ ਹੋ ਜਾਂਦਾ। ਬਾਬਾ ਜੀ ਕਹਿੰਦੇ ਸੀ ਭਾਈ ਅਸੀਂ ਪਰਮਾਤਮਾ ਦਾ ਨਾਮ ਲੈਣਾ, ਕੋਈ ਵੱਡਾ ਹੋਵੇ ਕੋਈ ਛੋਟਾ ਹੋਵੇ, ਰੱਬ ਦਾ ਘਰ ਸਭ ਲਈ ਇੱਕ ਹੈ। ਜਿਹੜਾ ਸੱਚੇ ਹਿਰਦੇ ਨਾਲ ਪਹਿਲਾਂ ਪਰਮਾਤਮਾ ਦਾ ਨਾਮ ਲੈਂਦਾ, ਅਰਦਾਸ ਬੇਨਤੀ ਕਰਦਾ, ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰੋ, ਸਾਨੂੰ ਆਪਣੇ ਬਣਾਈ ਰੱਖੋ। ਫਿਰ ਬਾਬਾ ਜੀ ਕਹਿੰਦੇ ਸੀ ਬਾਲ ਵਿੰਗਾ ਨਹੀਂ ਹੁੰਦਾ। ਬਾਲ ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਟ ਚਲਾਇਆ, ਅੱਗੇ ਕਰਨੀ ਕੀਤ ਬਾਚੀਐ, ਬਹਿ ਲੇਖਾ ਕਰ ਸਮਝਾਇਆ। ਜਦੋਂ ਫਿਰ ਉਹ ਜਾਂਦੇ ਆ ਨਾ, ਫਿਰ ਧੂਕੜੀ ਸੁਣਦੀ ਆ ਉਹਨਾਂ ਦੀ। ਧਰਮਰਾਜ ਦੇ ਸਾਹਮਣੇ ਤੋਂ ਲਿਜਾ ਕੇ ਖੜਾਉਂਦੇ ਆ। ਧਰਮਰਾਜ ਫਿਰ ਕਹਿੰਦਾ ਤੈਨੂੰ ਦੁਨੀਆ ਤੇ ਭੇਜਿਆ ਸੀ ਚੰਗੇ ਕੰਮ ਕਰਨ ਵਾਸਤੇ। ਤੂੰ ਕਹਿੰਦਾ ਸੀ ਮੈਂ ਜਾ ਕੇ ਨਿਤਨੇਮ ਕਰੂੰਗਾ, ਬਾਣੀ ਪੜੂੰਗਾ, ਤੁਹਾਡਾ ਸਵਾਸ ਨਾ ਲਊਂਗਾ। ਤੂੰ ਜਾ ਕੇ ਸਾਰਾ ਕੁਝ ਭੁੱਲ ਗਿਆ। ਆਹ ਦੇਖ ਲਾ, ਹੁਣ ਤੂੰ ਸਾਰੇ ਤੇਰੇ ਕਾਟੇ ਹੀ ਲੱਗੇ ਵੇ ਆ। ਤੂੰ ਕੋਈ ਚੰਗਾ ਕੰਮ ਨਹੀਂ ਕੀਤਾ, ਇਸ ਲਈ ਤੇਰੀ ਇਹ ਦਿਸ਼ਾ ਹੋਈ ਹੈ। ਤਾਂ ਤੈਨੂੰ ਇਹ ਜਮਦੂਤਾਂ ਨੇ ਕੁੱਟਮਾਰ ਕੀਤੀ ਹੈ। ਇਸ ਲਈ ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਬਾਚੀਐ, ਬਹਿ ਲੇਖਾ ਕਰ ਸਮਝਾਇਆ। ਉਹਨੂੰ ਫਿਰ ਲੇਖਾ ਚੋਖਾ ਸਮਝਾਇਆ, ਬਈ ਤੂੰ ਚੰਗਾ ਕੰਮ ਨਹੀਂ ਕੀਤਾ, ਹੁਣ ਭਾਈ ਤੂੰ ਨਰਕਾਂ ਦਾ ਅਧਿਕਾਰੀ ਹੈ। ਉਹਨੂੰ ਫਿਰ ਨਰਕਾਂ ਵੱਲ ਭੇਜ ਦਿੰਦੇ ਆ। ਜਿਹੜੇ ਲੋਕ ਠੱਗੀਆਂ ਮਾਰਦੇ ਆ, ਝੂਠ ਬੋਲਦੇ ਆ, ਗਰੀਬਾਂ ਦੇ ਗਲੇ ਘੁੱਟਦੇ ਆ, ਉਹਨਾਂ ਲੋਕਾਂ ਦੀ ਫਿਰ ਇਹ ਦਿਸ਼ਾ ਹੁੰਦੀ ਆ। ਉੱਥੇ ਵੱਡੀਆਂ ਨਹੀਂ ਚੱਲਦੀਆਂ, ਉੱਥੇ ਤਾਂ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ।
ਉੱਥੇ ਤਾਂ ਫਿਰ ਸੱਚ ਹੀ ਨਿਬੜਦਾ ਭਾਈ। ਇਸ ਲਈ ਗੁਰਮੁਖ ਪਿਆਰਿਓ, ਅਸੀਂ ਚੰਗੇ ਬਣਨਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ, ਇਹ ਸਾਡੇ ਲਈ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਅਰਦਾਸ ਬੇਨਤੀ ਕਰਦੇ ਹਾਂ, ਉਦੋਂ ਅਸੀਂ ਆਪਣੇ ਮਾਲਕ ਤੋਂ ਜੋ ਮਰਜ਼ੀ ਮੰਗ ਵੀ ਲਈਏ, ਉਦੋਂ ਫਿਰ ਬਾਬਾ ਜੀ ਕਹਿੰਦੇ ਸੀ ਮਾਲਕ ਸਾਡੇ 'ਤੇ ਦਿਆਲ ਵੀ ਹੁੰਦਾ। ਅਤੇ ਜੇ ਅਸੀਂ ਬਾਣੀ ਨਹੀਂ ਪੜ੍ਹਦੇ, ਨਾਮ ਨਹੀਂ ਜਪਦੇ, ਰੱਬ ਵਾਲੇ ਪਾਸੇ ਨਹੀਂ ਲੱਗਦੇ ਅਤੇ ਬੇਨਤੀਆਂ ਹੀ ਕਰੀ ਜਾਂਦੇ ਆ, ਫਿਰ ਰੱਬ ਕਿਉਂ ਸੁਣੇਗਾ ਤੁਹਾਡੀ। ਅਤੇ ਇਸ ਤਰ੍ਹਾਂ ਭਾਈ ਗੁਰਮੁਖ ਪਿਆਰਿਓ, ਭਾਗਾਂ ਵਾਲਿਓ, ਪਿੱਛੇ ਬਾਬਾ ਜੀ ਦਾ ਜਨਮ ਦਿਹਾੜਾ ਲੰਘ ਕੇ ਗਿਆ 16 ਜੁਲਾਈ ਤੋਂ 20 ਜੁਲਾਈ ਤੱਕ। ਸੋਨੂੰ ਭਾਈ ਮਨਜੀਤ ਸਿੰਘ ਨੇ ਦੱਸਿਆ ਹੁਣ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ ਬਰਸੀ ਦਾ ਦਿਹਾੜਾ ਆ ਰਿਹਾ। ਕਾਫੀ ਪਾਠ ਹੁੰਦੇ ਆ ਤੇ ਇਸ ਤਰ੍ਹਾਂ ਭਾਈ ਸਾਰੇ ਪ੍ਰਬੰਧ ਕਰੀ ਜਾ ਰਹੇ ਆ। ਤੇ ਇਸ ਤਰ੍ਹਾਂ ਹੁਣ ਸਰੋਵਰ ਦੀ ਵੀ ਕੱਲ੍ਹ ਤੋਂ ਸਫਾਈ ਕਰਾਂਗੇ, ਪਰ ਇਕਤੀ ਇਰਾਦਾ ਵੀ ਥੱਲਿਓਂ ਪਾਣੀ ਨਾ ਕੱਢੀਏ ਸਾਰਾ, ਤੇ ਕੱਠ ਵੱਠ ਬਾਹਲਾ ਵਿੱਚ ਨਾ ਕਰੀਏ, ਤੇ ਪਾਣੀ ਸਾਰਾ ਕੱਢ ਕੇ ਦੁਬਾਰੇ ਪਾਇਆ ਜਾਵੇਗਾ। ਸਰੋਵਰ ਦੀ ਵੀ ਸਫਾਈ ਕੀਤੀ ਜਾਵੇਗੀ। ਸਾਰੇ ਰੰਗ ਕਲੀਆਂ ਹੋ ਰਹੇ ਆ। ਪਾਠੀ ਸਿੰਘਾਂ ਦੀ ਰਿਹਾਇਸ਼ ਹੈ ਜਿਹੜੀ, ਉਹਦੀਆਂ ਤਿਆਰੀਆਂ ਕੀਤੀਆਂ ਹੋਈਆਂ ਸਾਰੀਆਂ। ਇਹ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ ਬਰਸੀ ਦਾ ਦਿਹਾੜਾ 9 ਭਾਦੋਂ ਨੂੰ ਪਾਠ ਪ੍ਰਕਾਸ਼ ਹੋਣਗੇ, ਤਾਂ 11 ਭਾਦੋਂ ਨੂੰ ਭੋਗ ਪੈਣਗੇ। 11 ਭਾਦੋਂ ਨੂੰ ਪਾਠ ਪ੍ਰਕਾਸ਼ ਹੋ ਕੇ ਫਿਰ 12 ਨੂੰ ਸਰੋਵਰ ਦੇ ਦਾਲੇ ਦੀ ਨਗਰ ਕੀਰਤਨ ਹੁੰਦਾ ਹੈ, ਤੇ 13 ਨੂੰ ਫਿਰ ਸਮਾਪਤੀ ਹੁੰਦੀ ਹੈ। ਇਹ ਇੱਥੋਂ ਦੀ ਮਰਜ਼ਾਦਾ ਹੈ। ਤੇ ਇਸ ਤਰ੍ਹਾਂ ਭਾਈ ਆਪਾਂ ਰਹਿਣਾ ਮਰਜ਼ਾਦਾ ਵਿੱਚ ਹੈ, ਮੂੰਹ ਬੰਨ੍ਹ ਕੇ ਵੀ ਰਹਿਣਾ, ਧਿਆਨ ਵੀ ਰੱਖਣਾ। ਇਹ ਆਪਣੇ ਫਾਇਦੇ ਲਈ ਹੈ, ਆਪਣੇ ਹਿੱਤ ਵਾਸਤੇ ਹੈ। ਇਹ ਨਹੀਂ ਹੈ ਕੋਈ ਬਈ ਸਾਨੂੰ ਸਰਕਾਰ ਕਹਿੰਦੀ ਹੈ, ਸਾਡੇ ਦੇਖੋ ਡਾਕਟਰ ਕਿੰਨੇ ਲੱਗੇ ਹੋਏ ਆ, ਕਿੰਨੀ ਸਰਕਾਰਾਂ ਲੱਗੀਆਂ ਹੋਈਆਂ ਇਹ ਕਰੋਨੇ ਦੇ ਵਿੱਚ, ਤੇ ਅਸੀਂ ਵੀ ਧਿਆਨ ਰੱਖਣਾ। ਅਸੀਂ ਲੋਕਾਂ ਨੂੰ ਵੀ ਕਹਿਣਾ। ਬਾਬਾ ਜੀ ਕਹਿੰਦੇ ਸੀ ਜੇ ਸਾਰੇ ਰਲ ਮਿਲ ਕੇ ਧਿਆਨ ਰੱਖਾਂਗੇ, ਸਾਡੇ ਤੇ ਗੁਰੂ ਨਾਨਕ ਦੀ ਮਿਹਰ ਰਹੇਗੀ। ਇਸ ਤਰ੍ਹਾਂ ਭਾਈ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ ਬਰਸੀ ਦਾ ਦਿਹਾੜਾ ਆ ਰਿਹਾ। ਸ਼ਾਇਦ ਆਪਣਾ 24 ਅਗਸਤ ਨੂੰ ਪਾਠ ਸ਼ੁਰੂ ਹੋਣਗੇ। 24 ਤੋਂ 25 26 ਨੂੰ ਸ਼ੁਰੂ ਹੋ ਕੇ 27 ਨੂੰ ਨਗਰ ਕੀਰਤਨ ਤੇ 28 ਨੂੰ ਸਮਾਪਤੀ। ਤੇ ਇਸ ਤਰ੍ਹਾਂ ਭਾਈ ਸਾਰੇ ਪਾਠੀ ਸਿੰਘਾਂ ਨੇ ਧਿਆਨ ਰੱਖਣਾ, ਤਰੀਕਾਂ ਨੋਟ ਕਰ ਲੈਣੀਆਂ। ਜਿਹੜੇ ਸੇਵਾਦਾਰ ਆ, ਸੰਗੀ ਸਾਥੀ, ਸੇਵਾ ਕਰਨ ਵਾਲੇ, ਆਪਣੀਆਂ ਡਿਊਟੀਆਂ ਕਰਨ ਵਾਲੇ, ਉਹਨਾਂ ਨੇ ਆਪਣੀਆਂ ਡਿਊਟੀਆਂ 'ਤੇ ਤਤਪਰ ਰਹਿਣਾ। ਬਾਬਾ ਜੀ ਕਹਿੰਦੇ ਸੀ ਭਾਈ ਜਿਹੜੇ ਆਪਣੀ ਸੇਵਾ ਨਹੀਂ ਛੱਡਦੇ, ਡਿਊਟੀ ਨਹੀਂ ਛੱਡਦੇ, ਉਹਨਾਂ 'ਤੇ ਫਿਰ ਗੁਰੂ ਨਾਨਕ ਦੀ ਪ੍ਰਸੰਨਤਾ ਹੁੰਦੀ ਹੈ। ਤੇ ਇਸ ਤਰ੍ਹਾਂ ਆਪਾਂ ਪ੍ਰਸੰਨਤਾ ਲੈਣੀ ਹੈ ਬਾਬਾ ਜੀ ਦੇ ਦਰ ਤੋਂ। ਜਿੰਨੀਆਂ ਸੰਗਤਾਂ ਤੁਸੀਂ ਆਏ ਹੋ, ਵੱਡੇ ਭਾਗਾਂ ਵਾਲੇ ਹੋ। ਜਦੋਂ ਬਾਬਾ ਈਸਰ ਸਿੰਘ ਜੀ ਮਹਾਰਾਜ ਆਪਣਾ ਬਚਨ ਕਰਦੇ ਸੀ ਨਾ, ਫਿਰ ਉਹਨਾਂ ਨੇ ਕਿਰਪਾ ਕਰਨੀ, ਸੰਗਤਾਂ ਨੂੰ ਕਹਿਣਾ ਬਈ ਮੇਰੇ ਮਾਲਕ ਦਾ ਬਾਬਾ ਜੀ ਦਾ ਵਿਆਹ ਆ ਰਿਹਾ, ਸਭ ਨੇ ਹੁੰਬ ਹੰਭਾ ਕੇ ਪੁੱਜਣਾ। ਇਹ ਫਿਰ ਬਾਬਾ ਈਸਰ ਸਿੰਘ ਜੀ ਮਹਾਰਾਜ ਬਚਨ ਕਰਦੇ ਸੀ। ਇਹ ਜਿਹੜਾ ਬਰਸੀ ਦਾ ਦਿਹਾੜਾ, ਇਹ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਸ਼ੁਰੂ ਕੀਤਾ ਸੀ। ਇਹ ਉਹਨਾਂ ਦੀ ਕਿਰਪਾ ਸੀ। ਹੁਣ ਭਾਈ ਇੱਥੇ ਜਿਹੜੇ ਜ਼ਿੰਮੇਦਾਰ ਹੈ, ਸਾਡੇ ਭਾਈ ਲੱਖਾ ਸਿੰਘ ਹੋਣੀ ਹੈ, ਤੇ ਉਹ ਵੀ ਇਸ ਤਰ੍ਹਾਂ ਜਿਹੜੇ ਉਧਰੋਂ ਵੀ ਹੈਗੇ ਭਾਈ, ਤੇ ਇਸ ਤਰ੍ਹਾਂ ਸਾਰੇ ਰਲ ਕੇ ਸਾਰੇ ਫਿਰ ਭਾਈ ਇਹ ਬਰਸੀ ਦਾ ਦਿਹਾੜਾ ਤਿਆਰੀਆਂ ਕਰਦੇ ਆ, ਮਿਲ ਕੇ ਕਰਦੇ ਆ। ਤੇ ਬਾਬਾ ਜੀ ਕਹਿੰਦੇ ਸੀ ਮਿਲ ਕੇ ਰਹਿਣਾ ਚਾਹੀਦਾ, ਪਿਆਰ ਨਾਲ ਰਹਿਣਾ ਚਾਹੀਦਾ। ਮਿਲਵੇ ਕੀ ਮਹਿਮਾ ਬਰ ਨਾ ਸਾਕੋ, ਨਾਨਕ ਪਰੇ ਪਰੀਲਾ।
ਜਿਹੜੇ ਮਿਲ ਕੇ ਰਹਿੰਦੇ ਆ, ਪਿਆਰ ਨਾਲ ਰਹਿੰਦੇ ਆ, ਆਪਸ ਵਿੱਚ ਹੀ ਇੱਕ ਮੁੱਠ ਰਹਿੰਦੇ ਆ। ਫਿਰ ਬਾਬਾ ਜੀ ਕਹਿੰਦੇ ਸੀ ਕੋਈ ਬਾਹਰਲੇ ਨਿੰਦਕ ਫਿਰ ਝਾਕ ਨਹੀਂ ਸਕਦੇ, ਪਰ ਉਹ ਕੀ ਕੀਤਾ ਜਾਵੇ, ਇੱਕ ਖੁਰਾਕ ਹੁੰਦੀ ਹੈ, ਕਿਸੇ ਦੀ ਕੋਈ ਖੁਰਾਕ ਹੁੰਦੀ ਹੈ, ਕਿਸੇ ਦੀ ਕੋਈ ਹੁੰਦੀ ਹੈ। ਕੋਈ ਦੱਸਦੇ ਆ ਕਿ ਪ੍ਰਹਲਾਦ ਭਗਤ ਨਾ, ਉਹ ਭਗਤੀ ਕਰਕੇ ਧਰਮਰਾਜ ਨੂੰ ਕਹਿਣ ਲੱਗਿਆ ਮੈਂ ਆਪਣਾ ਸਾਰਾ ਪਿੰਡ ਮੈਂ ਕਹਿੰਦਾ ਸਵਰਗਾਂ ਚ ਲਿਜਾਣਾ। ਹੁਣ ਧਰਮਰਾਜ ਵੀ ਚੱਕਰਾਂ 'ਚ ਪੈ ਗਿਆ। ਉਧਰ ਭਗਤ ਦਾ ਹੁਕਮ ਹੈ, ਕੋਈ ਛੋਟੀ ਜੀ ਗੱਲ ਨਹੀਂ, ਤੇ ਉਹਦੀ ਭਗਤੀ ਬੜੀ ਕੀਤੀ ਹੈ, ਤੇ ਬਈ ਕੀ ਕੀਤਾ ਜਾਵੇ। ਧਰਮਰਾਜ ਕਹਿਣ ਲੱਗੇ ਭਗਤ ਜੀ ਇਉਂ ਕਰਿਓ ਬਈ ਤੁਸੀਂ ਪਿੰਡ ਜਾਇਓ। ਉਦੋਂ ਉਹ ਸਮਾਂ ਇਹੋ ਜਿਹਾ ਸੀ, ਉੱਥੇ ਜਾਨਵਰਾਂ ਦਾ ਵੀ ਆਵਾਜ਼ ਦੀ ਸਮਝ ਆਉਂਦੀ ਸੀ ਇੱਕ ਦੂਜੇ ਨੂੰ। ਜਦੋਂ ਪ੍ਰਹਲਾਦ ਭਗਤ ਪਿੰਡ ਗਿਆ, ਰਸਤੇ ਦੇ ਵਿੱਚ ਉਹਨੂੰ ਇੱਕ ਸੂਰ ਦਾ ਬੱਚਾ ਮਿਲ ਗਿਆ। ਸੂਰ ਦਾ ਬੱਚਾ ਉਹਨੂੰ ਖੜਾ ਕੇ ਕਹਿਣ ਲੱਗਿਆ, ਉਹਨੂੰ ਪਲੋਸਿਆ, ਕਹਿੰਦਾ ਵੀ ਗੱਲ ਸੁਣ, ਤੈਨੂੰ ਇੱਕ ਗੱਲ ਪੁੱਛਾਂ। ਕਹਿੰਦਾ ਪੁੱਛ। ਕਹਿੰਦਾ ਵੀ ਤੂੰ ਸਵਰਗਾਂ ਨੂੰ ਜਾਣਾ? ਕਿਉਂ ਬਚਨ ਸੀ ਵੀ ਜਿਹੜਾ ਪਹਿਲਾਂ ਮਿਲ ਗਿਆ ਉਹਨੂੰ ਪੁੱਛਣਾ। ਉਹ ਕਹਿੰਦਾ ਸਵਰਗ ਕਹੇ ਜੇ ਹੁੰਦੇ ਆ? ਕਹਿੰਦਾ ਸਵਰਗ ਬਹੁਤ ਸ਼ਾਂਤਮਈ ਜਗ੍ਹਾ ਹੁੰਦੀ ਹੈ, ਕੋਈ ਭੁੱਖ ਨਹੀਂ, ਕੋਈ ਦੁੱਖ ਨਹੀਂ, ਹਰੇ ਵਾਈ ਖੁਸ਼ਬੂਆਂ ਹੀ ਖੁਸ਼ਬੂਆਂ, ਬਹੁਤ ਚੰਗੀ ਚੀਜ਼ ਹੁੰਦੀ ਹੈ, ਕੋਈ ਭੁੱਖ ਤਰੇ ਨਹੀਂ ਲੱਗਦੀ। ਕਹਿੰਦਾ ਤੂੰ ਮੈਨੂੰ ਇਹ ਦੱਸ ਜਿਹੜੀ ਚੀਜ਼ ਮੈਂ ਖਾਣਾ ਮੈਨੂੰ ਉਹ ਮਿਲੇਗੀ ਕਿ ਨਹੀਂ? ਉਹ ਕਹਿੰਦਾ ਉਹ ਭਲਿਆ ਮਾਨਸਾ ਇਹ ਚੀਜ਼ਾਂ ਨਹੀਂ ਹੁੰਦੀਆਂ ਉੱਥੇ। ਕਹਿੰਦਾ ਫਿਰ ਮੈਨੂੰ ਨਹੀਂ ਇਹੋ ਜਿਹੇ ਸਵਰਗਾਂ ਦੀ ਲੋੜ। ਭਗਤ ਜੀ ਹੈਰਾਨ ਹੋ ਗਏ। ਉਹ ਜਿਹੜੇ ਲੋਕ ਹੈ ਨਿੰਦਕ, ਉਹਨਾਂ ਦੀ ਸੂਰ ਵਰਗੀ ਬਿਰਤੀ ਹੈ, ਸੂਰ ਵਰਗੀ। ਉਹਨਾਂ ਨੇ ਤਾਂ ਉਹ ਵਿਸ਼ਟਾ ਹੀ ਭਾਲਣਾ ਖਾਣ। ਬਾਬਾ ਜੀ ਕਹਿੰਦੇ ਸੀ ਜਿਹੜਾ ਕਿਸੇ ਦੀ ਨਿੰਦਿਆ ਕਰਦਾ ਉਹ ਭਾਈ ਕੋਈ ਮਾੜੀ ਚੀਜ਼ ਖਾ ਰਿਹਾ ਹੈ, ਜਿਹੜਾ ਸੱਚ ਬੋਲਦਾ ਕਿਸੇ ਨੂੰ ਚੰਗਾ ਕਹਿ ਰਿਹਾ ਉਹ ਦੁੱਧ ਪੀ ਰਿਹਾ। ਅਸੀਂ ਜਿਵੇਂ ਹਮ ਨਹੀਂ ਚੰਗੇ ਬੁਰਾ ਨਾ ਦੀਸਾ ਕੋਏ, ਉਹਨਾਂ ਲੋਕਾਂ ਤੋਂ ਸੁਚੇਤ ਰਹਿਣਾ। ਇਹ ਬਾਬਾ ਆਨੰਦ ਸਿੰਘ ਜੀ ਦਾ ਸਥਾਨ, ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਨਰਾਇਣ ਸਿੰਘ ਜੀ ਮਹਾਰਾਜ, ਉਹਨਾਂ ਦੇ ਪਿਆਰੇ ਮਹਾਂਪੁਰਸ਼ ਬਾਬਾ ਕੁੰਦਨ ਸਿੰਘ ਜੀ, ਬਾਬਾ ਸਾਧੂ ਸਿੰਘ ਜੀ, ਉਹ ਤਾਂ ਚੋਲੇ ਬਦਲ ਗਏ ਹੈ। ਹੁਣ ਉਹਨਾਂ ਦੇ ਜਿਹੜੇ ਸੇਵਾਦਾਰ ਹੈ ਉਹ ਭਾਈ ਅਸੀਂ ਦੋ ਦਾ ਨਾਂ ਤਾਂ ਲੈ ਸਕਦੇ ਹਾਂ, ਕਿਉਂ ਇਹ ਅਸੀਂ ਜ਼ਿੰਮੇਵਾਰੀ ਸਮਝਦੇ ਹਾਂ। ਅਸੀਂ ਵਿਚਾਰ ਕੀਤੀ ਸੀ ਵੀ ਸਾਰੇ ਥਾਂ ਦਾ ਧਿਆਨ ਰੱਖਣਾ ਚਾਹੀਦਾ। ਦਾਸ ਤੇ ਲੱਖਾ ਸਿੰਘ ਤੇ ਦੂਸਰੇ ਭਾਈ ਸਾਡੇ ਹਜੇ ਉਹ ਡਰਦੇ ਆ, ਉਹਨਾਂ ਨੂੰ ਵੀ ਅਸੀਂ ਕਈ ਵਾਰੀ ਕਿਹਾ, ਗੁਰਜੀਤ ਨੂੰ, ਉਹ ਕਹਿੰਦੇ ਜੀ ਸਾਨੂੰ ਡਰ ਲੱਗਦਾ ਹਜੇ। ਮੈਂ ਕਿਹਾ ਕੋਈ ਨਹੀਂ, ਜਦੋਂ ਡਰ ਖੁੱਲ੍ਹ ਗਿਆ ਉਦੋਂ ਸਿਆ। ਤੇ ਇਸ ਤਰ੍ਹਾਂ ਇਹ ਆਪਣਾ ਘਰ ਹੈ, ਇੱਥੇ ਰਲ ਮਿਲ ਕੇ ਪਿਆਰ ਨਾਲ ਸਾਰਿਆਂ ਨੂੰ ਪਾਸੇ ਆਸੇ ਸਮਝਾ ਕੇ ਇੱਥੇ ਸਭ ਦਾ ਧਿਆਨ ਰੱਖਣਾ ਸਾਡਾ ਫਰਜ਼ ਬਣਦਾ ਹੈ, ਜ਼ਿੰਮੇਵਾਰੀ ਬਣਦੀ ਹੈ। ਬਾਬਾ ਜੀ ਕਹਿੰਦੇ ਸੀ ਜ਼ਿੰਮੇਵਾਰੀ ਬਹੁਤ ਔਖੀ ਹੁੰਦੀ ਹੈ, ਕੋਈ ਸੌਖੀ ਨਹੀਂ ਹੁੰਦੀ। ਕਈ ਕਹਿਣਗੇ ਜ਼ਿੰਮੇਵਾਰੀ ਦੀ ਕੀ ਲੋੜ ਹੈ, ਜ਼ਿੰਮੇਵਾਰੀ ਤੋਂ ਬਗੈਰ ਕੋਈ ਕੰਮ ਚੱਲਦਾ? ਕਰਦਾ ਕੋਈ ਜ਼ਿੰਮੇਵਾਰੀ? ਜ਼ਿੰਮੇਵਾਰੀਆਂ ਤਾਂ ਕਰਨੀਆਂ ਪੈਂਦੀਆਂ। ਆ ਹੁਣ ਪਾਠੀ ਸਿੰਘ ਆਉਣਗੇ, ਸਾਰੇ ਹਾਲ ਉਹਨਾਂ ਵਾਸਤੇ, ਗੱਦੇ ਲੀੜੇ, ਉਹਨਾਂ ਦੇ ਪੈਣ ਬਹਿਣ ਦੇ ਤਿਆਰੀਆਂ, ਉਹਨਾਂ ਦੀਆਂ ਰਹਿਣ ਦੀਆਂ ਤਿਆਰੀਆਂ, ਸਾਰੇ ਸਫਾਈ ਕਰਨੀ, ਸੰਗਤਾਂ ਨੂੰ ਲੰਗਰਾਂ ਵਾਸਤੇ ਬੇਨਤੀ ਕਰਨੀ, ਸਾਰ ਸਵੇਰੇ ਤਿਆਰੀਆਂ ਕਰਨੀਆਂ। ਪਾਠੀਆਂ ਨੇ ਇੱਧਰ ਜਿਨ੍ਹਾਂ ਦੀ ਡਿਊਟੀ ਪਾਠਾਂ ਦੇ ਵਿੱਚ, ਅੰਦਰ ਉਹਨਾਂ ਨੇ ਤਿਆਰੀਆਂ ਕਰਨੀਆਂ, ਗੁਰੂ ਸਾਹਿਬ ਲਿਆਉਣੇ। ਤੇ ਕਿਤੇ ਛੋਟੀ ਜੀ ਗੱਲ ਹੁੰਦੀ ਹੈ? ਪਤਾ ਨਹੀਂ, ਬਹੁਤ ਵੱਡਾ ਕੰਮ ਹੁੰਦਾ ਏ। ਤੇ ਕਰਵਾਉਂਦੇ ਬਾਬਾ ਜੀ ਆਪ ਹੀ ਹੈ।
पर कईयां नूं हुंदा पता नहीं एवें ही हो जाता। ये बाबा जी कहते सी भाई जिड्डे वड्डे बाबे ओडे वड्डे बाबियां दे काम। ते इस तरह भाई भागां वालिओ नितनेम करया करो, अंमृत वेले उठिया करो, बाणी पढ़िया करो, रल के रिहा करो। जेड़े मिल के रहिंदे आ मिलबे की महिमा बर ना साको, नानक परे परीला। साडे संत रेशम सोहणी आए आ, इन्हां ने सोहणे विचार दिते आ अपने, ते बहुत प्रेमी बंदे आ, प्यार वाले सिंह आ। ते इस तरह भाई सानू खुशी हुंदी है जदों ये आउंदे आ, ते इस तरह फिर विचार दिंदे आ, सोहणे लगदे आ। ये बाबा जी का दर है, इत्थे कोई भी सिफत कर सकता है। जिहड़ा बंदा सिफत करदा है उहदी दरबार विच गंढ पै जांदी है, जे सिफत नहीं करता फिर दरबार विच गंढ नहीं पैंदी। बाबा जी बचन भी करते हैं बाणी द्वारा, सिफत खजाना बख्श है, जिस बख्श है सो खर्चा खाए, सतगुर बिन हथ ना आवई, सब थके कर्म कमाए। पुत्ती गंढ पवै संसार, भुखिया गंढ पवै जां खाए, बेदां गंढ बोलै सच कोय, नानक आखा इहो विचार, सिवती गंढ पवै दरबार। जे असी सिफत करांगे, एक दुनियावी घर दे विच किसे दी सिफत करो वो किन्ना खुश हुंदा है। जे असी रब दी सिफत करांगे साडी गुरु घर विच गंढ पै जावेगी तां किड्डी साडे ते गुरु नानक दी मेहर होवेगी। इसलिए असी बाणी पढ़ते हैं, तुरे फिरदे वाहिगुरू वाहिगुरू करते हैं, सिफत करते हैं, यही वड्डी चीज़ है भाई। भागां वालिओ ते बाबा जी कहते सी भाई भाग बनाया बनते हैं। हुण जिहड़े घर बैठे आ उन्हां दे विचारिਆਂ दे जे तां बैठे आ जागदे आ ते डर दे मारे नहीं आए, फिर उन्हां दे भी भाग बनते आ। बाहरले मुल्कां विच देसां विदेसां विच भी बैठ के सुणदे आ, ये नहीं भी इत्थे ही है। हुण तां इहो जिहियां चीज़ां आ गईयां, विदेसां विच बैठ के सारे संगी साथी सारे विचार सुणदे आ। ते इस तरह भाई हुण तां अपने स्थान तो जिन्ने मर्जी वचन करो सब थाई सुण जाते हैं। ते इस तरह भाई सारिया देसां विदेसां विच बैठियां संगतां दा भी धन्नवाद करते हैं। तकड़े रिहा करो। ते बाबा जी कहते सी भाई सेहत का भी ध्यान रखना है, ते अपने माता पिता का भी ध्यान रखना है। बच्चों का फर्ज है हुक्म मनना, हुक्म जरूर मनना है। इस तरह भागां वालिओ ते हुण असीं समाप्ति करते हैं। बाहां खड़ियां कर लकीआं। बाबा जी कहते सी ये जिहड़ी बांह है ये गुरु नानक दे अगे खड़ी हुंदी है, गुरु नानक दी फिर मेहर हो जाती है। जिमें एक नज़र तारे गुर पूरा, उन्हां दी फिर साडे ते नज़र पै जाती है। इस तरह दरगाही प्रसाद सोनू सैकटरी साहब वंडणगे ते बाबा जी कहते सी कोई ना कोई जां कोई खंड पाठ कराओ, सहज पाठ कराओ, जां 50 पाठ सुखमनी साहब दे करो, जां 250 जपजी साहब दा करो, जां मूल मंत्र दा करो, ते जां भाई राम राम दा करो, जां वाहिगुरू वाहिगुरू दियां माला फेरो। ते इस तरह कुछ भी करो, बाणी जरूर पढ़ो, रब वाले पासे जरूर लगो। ये दरगाही प्रसाद है। सारी संगत बाहां खड़ियां करके प्यार का सबूत दिओ। ये ना होवे कोई रह जावे। जिन्नियां भी संगतां बैठियां सारे बाहां खड़ियां करो, सुत्तियां नूं उठा दिओ। बाबा जी का वचन है, बाहें जिन्हां दी पकड़ी है सिर दीजे वाए ना सोड़ी है। गुरु तेग बहादुर बोलिया धर पई है धर्म ना सोड़िया। अपना धर्म छड्डना नहीं, किसी के धर्म नूं ठेस नहीं मारनी। हाँ सावा से कि फिर सानू की मिलेगा। ये लोक सुखिए परलोक सहेले, नानक हर प्रभ आपे ही मेले। वाहिगुरू जी का खालसा, वाहिगुरू जी की फतेह।